ਨੈਕਸਟ ਟੌਪਿਕ ਹੈ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ। ਕੱਲ੍ਹ ਅਸੀਂ ਸੈਲਫ ਇੰਡਕਸ਼ਨ ਦੀ ਡੈਫੀਨੇਸ਼ਨ ਕੀਤੀ ਸੀ। ਡੈਫੀਨੇਸ਼ਨ 'ਚ ਅਸੀਂ ਉਹੀ ਜੋ ਮਿਊਚੁਅਲ ਇੰਡਕਸ਼ਨ ਕਹਿ ਦਈਏ ਜਾਂ ਸੈਲਫ ਇੰਡਕਸ਼ਨ ਜਾਂ ਸਿੰਪਲ ਇੰਡਕਸ਼ਨ ਕਹੀਏ, ਡੈਫੀਨੇਸ਼ਨ ਸੇਮ ਜਾਏਗੀ। ਬਸ ਸਿਰਫ ਫ਼ਰਕ ਕੀ ਹੈ, ਸੈਲਫ ਇੰਡਕਸ਼ਨ 'ਚ ਅਸੀਂ ਕੀ ਕਹਿੰਦੇ ਆ, ਉਹੀ ਇੱਕੋ ਕੋਇਲ ਦੇ ਅੰਦਰ ਹੀ ਇੰਡਿਊਸਡ EMF ਪ੍ਰੋਡਿਊਸ ਹੋਈ, ਉਸੇ ਕੋਇਲ 'ਚ ਮੈਗਨੈਟਿਕ ਫਲਕਸ ਲਿੰਕਡ ਸੀ, ਸਟਾਰਟਿੰਗ 'ਚ ਕਰੰਟ ਵੀ ਉਹਦੇ ਨਾਲ ਹੀ ਰਿਲੇਟਿਡ ਸੀ। ਤੇ ਮਿਊਚੁਅਲ ਇੰਡਕਸ਼ਨ 'ਚ ਅਸੀਂ ਇੱਕ ਤੋਂ ਜ਼ਿਆਦਾ ਕੋਇਲ ਮਤਲਬ ਦੋ ਕੋਇਲਸ ਦੀ ਗੱਲ ਕਰਾਂਗੇ। ਇੱਕ ਕੋਇਲ 'ਚ ਕਰੰਟ ਹੋਏਗਾ, ਉਹਦੇ ਕਾਰਨ ਮੈਗਨੈਟਿਕ ਫਲਕਸ ਹੋਏਗਾ ਚੇਂਜ, ਔਰ ਇਹਦੇ ਕਾਰਨ ਜੋ ਇੰਡਿਊਸਡ EMF ਜਾਂ ਇੰਡਿਊਸਡ ਕਰੰਟ ਹੈ ਉਹ ਕਿਸੇ ਦੂਸਰੀ ਕੋਇਲ ਦੇ ਵਿੱਚ ਹੋਏਗਾ। ਤਾਂ ਉਸ ਫਿਨੋਮੇਨਾ ਨੂੰ ਮਿਊਚੁਅਲ ਇੰਡਕਸ਼ਨ, ਅਗਰ ਇੱਕੋ ਕੋਇਲ 'ਚ ਹੈ ਤਾਂ ਫਿਨੋਮੇਨਾ ਨੂੰ ਅਸੀਂ ਕਹਿੰਦੇ ਆ ਸੈਲਫ ਇੰਡਕਸ਼ਨ। ਹੁਣ ਇਸ ਤੋਂ ਬਾਅਦ ਹੈ ਨੈਕਸਟ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ। ਹੁਣ ਇਹਦੇ 'ਚ ਅਸੀਂ ਕੀ ਗੱਲ ਕਰਨੀ ਹੈ, ਦੇਖੋ ਜੋ ਸੈਲਫ ਇੰਡਕਸ਼ਨ ਦੀ ਡੈਫੀਨੇਸ਼ਨ ਹੈ, ਡੈਫੀਨੇਸ਼ਨ 'ਚ ਅਸੀਂ ਕਾਹਦੀ ਗੱਲ ਕਰਦੇ ਹਾਂ, ਸਟਾਰਟਿੰਗ 'ਚ ਅਸੀਂ ਇਨੀਸ਼ੀਅਲ ਕਰੰਟ ਲੈ ਕੇ ਚੱਲਦੇ ਹਾਂ। ਅਗਰ ਕਰੰਟ 'ਚ ਚੇਂਜ ਹੈ ਤਾਂ ਉਹਦੇ ਕਾਰਨ ਅਸੀਂ ਕੀ ਕਹਿੰਦੇ ਹਾਂ, ਸਾਡੇ ਕੋਲ ਕੀ ਆ ਜਾਏਗਾ, ਚੇਂਜ ਇਨ ਮੈਗਨੈਟਿਕ ਫਲਕਸ ਹੈ ਤਾਂ ਸਾਡੇ ਕੋਲ ਕੀ ਆ ਜਾਏਗਾ, ਇੱਕ ਅਕੋਰਡਿੰਗ ਟੂ ਸੈਲਫ ਇੰਡਕਸ਼ਨ ਇੰਡਿਊਸਡ ਕਰੰਟ ਜਾਂ ਫਿਰ ਅਸੀਂ ਕਹਿ ਦਈਏ ਇੰਡਿਊਸਡ EMF। ਠੀਕ ਹੈ, ਤਾਂ ਇਹਦਾ ਮਤਲਬ ਜੋ ਮੈਗਨੈਟਿਕ ਫਲਕਸ ਹੈ ਉਹਦੇ ਕਾਰਨ ਕੀ ਜਨਰੇਟ ਹੋ ਰਿਹਾ ਹੈ, ਇੰਡਿਊਸਡ ਕਰੰਟ, ਔਰ ਉਹ ਮੈਗਨੈਟਿਕ ਫਲਕਸ ਕੀ ਹੈ, ਚੇਂਜਿੰਗ ਮੈਗਨੈਟਿਕ ਫਲਕਸ। ਤੇ ਮੈਗਨੈਟਿਕ ਫਲਕਸ ਨੂੰ ਅਸੀਂ ਕਾਹਦੇ ਨਾਲ ਡਿਨੋਟ ਕਰਦੇ ਹਾਂ, ਫਾਏ ਦੇ ਨਾਲ। ਇਟ ਮੀਨਸ ਅਗਰ ਮੈਗਨੈਟਿਕ ਫਲਕਸ ਹੈ ਤਾਂ ਕੀ ਆਏਗਾ, ਕਰੰਟ ਆਏਗਾ, ਤਾਂ ਅਸੀਂ ਕੀ ਲਿਖਦੇ ਹਾਂ, ਫਾਏ ਜੋ ਹੈ ਉਹ ਕਾਹਦੇ ਤੇ ਪ੍ਰਪੋਰਸ਼ਨਲ ਹੈ, ਕਰੰਟ ਦੇ ਪ੍ਰਪੋਰਸ਼ਨਲ ਹੈ। ਜਾਂ ਫਿਰ ਅਸੀਂ ਕਹੀਏ ਜੋ ਕਰੰਟ ਹੈ ਉਹਦੇ ਕਾਰਨ ਮੈਗਨੈਟਿਕ ਫਲਕਸ ਹੈ, ਮਤਲਬ ਇਹ ਡਾਇਰੈਕਟ ਰਿਲੇਸ਼ਨ ਹੈ ਇਹਨਾਂ 'ਚ, ਤਾਂ ਅਸੀਂ ਲਿਖ ਦਿੱਤਾ ਫਾਈ ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਆਈ। ਹੁਣ ਇਸ ਤੋਂ ਬਾਅਦ ਅਸੀਂ ਪ੍ਰਪੋਰਸ਼ਨੈਲਿਟੀ ਦਾ ਸਿੰਬਲ ਹਟਾ ਕੇ ਇੱਥੇ ਲਿਖਣਾ ਹੈ L, ਔਰ L ਨੂੰ ਅਸੀਂ ਕੀ ਬੋਲਦੇ ਹਾਂ, ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ। ਠੀਕ ਹੈ, ਜਾਂ ਫਿਰ ਇਹਨੂੰ ਅਸੀਂ ਬੋਲ ਦਿੰਦੇ ਹਾਂ ਸੈਲਫ ਇੰਡਕਟੈਂਸ ਆਫ ਆ ਕੋਇਲ, ਕਿਉਂਕਿ ਦੇਖੋ ਸੈਲਫ ਇੰਡਕਸ਼ਨ ਕਾਹਦੇ 'ਚ ਹੁੰਦੀ ਆ, ਕੋਇਲ 'ਚ, ਤਾਂ ਸੈਲਫ ਇੰਡਕਟੈਂਸ ਵੀ ਕਾਹਦੀ ਅਸੀਂ ਲੈ ਕੇ ਚੱਲਾਂਗੇ, ਕੋਇਲ ਦੀ। ਹੁਣ ਇਸ ਤੋਂ ਬਾਅਦ ਸੈਲਫ ਇੰਡਕਟੈਂਸ ਦੀ ਜੋ ਡੈਫੀਨੇਸ਼ਨ ਹੈ ਉਹ ਕਰਨ ਲਈ ਅਸੀਂ ਇਸ ਇਕੁਏਸ਼ਨ 'ਚ ਆਏ ਨੂੰ, ਕਰੰਟ ਨੂੰ ਕੰਸਿਡਰ ਕਰ ਰਹੇ ਹਾਂ ਯੂਨਿਟੀ। ਠੀਕ ਹੈ, ਜਦੋਂ ਕਰੰਟ 1 ਹੈ ਤਾਂ ਫਾਏ ਕਾਹਦੇ ਬਰਾਬਰ ਹੈ, L ਦੇ ਬਰਾਬਰ। ਤਾਂ ਇਹਨੂੰ ਦੇਖ ਕੇ ਅਸੀਂ ਡੈਫੀਨੇਸ਼ਨ ਲਿਖ ਸਕਦੇ ਹਾਂ ਕਿ L ਮਤਲਬ ਸੈਲਫ ਇੰਡਕਟੈਂਸ ਕਾਹਦੀ, ਕਿਸੇ ਕੋਇਲ ਦੀ, ਕਾਹਦੇ ਇਕੁਅਲ ਹੈ, ਨੂਮੈਰੀਕਲੀ ਇਕੁਅਲ ਟੂ ਫਾਈ, ਮਤਲਬ ਮੈਗਨੈਟਿਕ ਫਲਕਸ ਦੇ ਇਕੁਅਲ ਹੈ, ਵੈਨ ਕਰੰਟ ਥਰੂ ਦੀ ਕੋਇਲ ਇਜ਼ ਯੂਨਿਟੀ। ਇਹਨੂੰ ਅਸੀਂ ਬੋਲ ਦਿੰਦੇ ਹਾਂ ਡੈਫੀਨੇਸ਼ਨ ਜੋ ਹੈ ਸੈਲਫ ਇੰਡਕਟੈਂਸ, ਤਾਂ ਅਸੀਂ ਕੀ ਲਿਖੀ ਡੈਫੀਨੇਸ਼ਨ, ਸੈਲਫ ਇੰਡਕਟੈਂਸ ਆਫ ਅ ਕੋਇਲ ਇਜ਼ ਨੂਮੈਰੀਕਲੀ ਇਕੁਅਲ ਟੂ ਮੈਗਨੈਟਿਕ ਫਲਕਸ ਲਿੰਕਡ ਵਿਦ ਦੀ ਕੋਇਲ ਵੈਨ ਯੂਨਿਟ ਕਰੰਟ ਫਲੋਜ਼ ਥਰੂ ਇਟ। ਤਾਂ ਇਹ ਹੈ ਡੈਫੀਨੇਸ਼ਨ ਸਾਡੇ ਕੋਲ। ਇੱਕ ਹੋਰ ਡੈਫੀਨੇਸ਼ਨ ਅਸੀਂ ਕਰਨੀ ਹੈ, ਉਹਦੇ ਲਈ ਅਸੀਂ ਕੀ ਕਰਦੇ ਹਾਂ, ਇੱਕ ਹੋਰ ਇਕੁਏਸ਼ਨ ਲਿਖਦੇ ਹਾਂ EMF ਦੀ ਰਿਲੇਸ਼ਨ ਵਿਦ ਮੈਗਨੈਟਿਕ ਫਲਕਸ। ਅਸੀਂ ਇਹ ਪਿਛਲੇ ਆਰਟੀਕਲ 'ਚ ਕੀਤਾ ਹੈ ਫੈਰਾਡੇਜ਼ ਲਾਅ ਦੇ ਅਕੋਰਡਿੰਗਲੀ ਕਿ ਇੰਡਿਊਸਡ EMF ਇਜ਼ ਡਾਇਰੈਕਟਲੀ ਪ੍ਰਪੋਰਸ਼ਨਲ ਕਹਿ ਦਈਏ, ਕਾਹਦੇ ਤੇ ਡਿਪੈਂਡੈਂਟ ਹੈ, ਟਾਈਮ ਰੇਟ ਆਫ ਚੇਂਜ ਆਫ ਫਲਕਸ। ਨੈਗੇਟਿਵ ਸਾਈਨ ਸਾਨੂੰ ਅਸੀਂ ਪਹਿਲਾਂ ਵੀ ਦੇਖ ਲਿਆ ਸੀ, ਇਹਦਾ ਮਤਲਬ ਕੀ ਹੈ ਕਿ ਇੰਡਿਊਸਡ ਕਰੰਟ ਜਾਂ EMF ਦੀ ਡਾਇਰੈਕਸ਼ਨ ਜਿਹੜੀ ਹੈ ਉਹ ਮੈਗਨੈਟਿਕ ਫਲਕਸ ਦੇ ਕੀ ਹੋਏਗੀ, ਆਪੋਜ਼ਿਟ ਹੋਏਗੀ। ਹੁਣ E ਦੀ ਮੈਂ ਇਹ ਇਕੁਏਸ਼ਨ ਲਿਖ ਲਈ, ਔਰ ਇੱਕ ਇਕੁਏਸ਼ਨ ਜੋ ਅਸੀਂ ਸਟਾਰਟਿੰਗ 'ਚ ਲਿਖੀ ਸੀ, ਫਾਈ ਇਜ਼ ਇਕੁਅਲ ਟੂ L ਆਏ, ਇਹਨਾਂ ਦੋਨਾਂ ਦੀ ਹੈਲਪ ਨਾਲ ਅੱਗੇ ਚੱਲਾਂਗੇ। ਹੁਣ ਇੱਥੇ ਮੈਂ ਫਾਈ ਦੀ ਜਗ੍ਹਾ 'ਤੇ ਪੁੱਟ ਕਰਨਾ ਹੈ LI, ਤਾਂ ਸਾਡੇ ਕੋਲ ਕੀ ਆ ਜਾਏਗਾ, ਮਾਈਨਸ d/dt ਇੰਟੂ LI। L ਇਜ਼ ਅ ਕੌਨਸਟੈਂਟ, ਸੈਲਫ ਇੰਡਕਟੈਂਸ ਹੈ, ਇਹਨੂੰ ਅਸੀਂ ਕੌਨਸਟੈਂਟ ਨੂੰ ਅਸੀਂ ਕੀ ਕਰਾਂਗੇ, ਡਿਫਰੈਂਸੀਏਸ਼ਨ ਤੋਂ ਬਾਹਰ ਲਿਖ ਦਿੱਤਾ, ਔਰ ਕੀ ਆਇਆ di/dt। ਇਹ ਹੋ ਗਿਆ ਸਾਡੇ ਕੋਲ। ਅਗਰ ਅਸੀਂ ਡਾਇਰੈਕਸ਼ਨ ਵਾਈਜ਼ ਕੰਸਿਡਰ ਕਰਦੇ ਹਾਂ, ਕਿਉਂਕਿ ਨੈਗੇਟਿਵ ਸਾਈਨ ਸਾਨੂੰ ਡਾਇਰੈਕਸ਼ਨ ਹੀ ਇੰਡੀਕੇਟ ਕਰੇਗਾ। ਅਗਰ ਅਸੀਂ ਮੈਗਨੀਟਿਊਡ ਵਾਈਜ਼ ਲਿਖਦੇ ਹਾਂ, ਮੈਗਨੀਟਿਊਡ ਵਾਈਜ਼ ਅਸੀਂ ਕੀ ਹੈ, ਕੋਈ ਨੈਗੇਟਿਵ ਸਾਈਨ ਨਹੀਂ ਕੰਸਿਡਰ ਕਰਦੇ, ਅਸੀਂ ਸਿਰਫ ਉਹਦਾ ਮੈਗਨੀਟਿਊਡ ਮਤਲਬ ਮੋਡ ਦੇਖਦੇ ਹਾਂ, ਤਾਂ LDI/dt ਹੋ ਗਿਆ। ਠੀਕ ਹੈ, ਹੁਣ ਇਸ ਤੋਂ ਬਾਅਦ ਅਸੀਂ ਕੀ ਹੈ, ਇੱਕ ਹੋਰ ਡੈਫੀਨੇਸ਼ਨ L ਦੀ ਕਰਨੀ ਹੈ। ਉਹਦੇ ਲਈ ਅਸੀਂ ਕੀ ਕੰਸਿਡਰ ਕਰਦੇ ਹਾਂ ਕਿ ਸਪੋਜ਼ di/dt ਇਜ਼ 1, di/dt ਨੂੰ ਅਸੀਂ ਕਿਸ ਤਰ੍ਹਾਂ ਪੜ੍ਹਨਾ ਹੈ, d/dt ਦਾ ਮਤਲਬ ਰੇਟ ਆਫ ਚੇਂਜ। ਠੀਕ ਹੈ, d ਦਾ ਮਤਲਬ ਹੁੰਦਾ ਚੇਂਜ,
ਕਿਹਦੇ ਨਾਲ ਚੇਂਜ ਹੈ, ਟਾਈਮ ਦੇ ਨਾਲ, ਔਰ ਟਾਈਮ ਦੇ ਨਾਲ ਜੋ ਚੇਂਜ ਹੁੰਦਾ ਉਹਨੂੰ ਅਸੀਂ ਕੀ ਲਿਖਦੇ ਹਾਂ, ਰੇਟ ਆਫ ਚੇਂਜ। ਕਾਹਦਾ ਚੇਂਜ ਹੋ ਰਿਹਾ ਹੈ, ਕਰੰਟ ਦਾ ਚੇਂਜ, ਤਾਂ ਅਸੀਂ ਕੀ ਲਿਖਾਂਗੇ, ਰੇਟ ਆਫ ਚੇਂਜ ਆਫ ਕਰੰਟ इज़ टेकन एज यूनिटी। मतलब इनू असी की लैके चलांगे, यूनिटी 1 कंसिडर कर लिया। हुण अगर डी आई बाय डी टी इज़ 1 तो ई इज़ इक्वल्स टू एल हो जाएगा। तो असी सैल्फ इंडक्टेंस की एक होर डेफिनेशन लिख सकते हैं, एल मतलब सैल्फ इंडक्टेंस। सैल्फ इंडक्टेंस इज़ न्यूमैरिकली इक्वल टू, कादे इक्वल है, ई इज़ हेयर इंड्यूस्ड ई एम एफ। कदों ये इक्वल है, वैन टाइम रेट ऑफ चेंज ऑफ करंट इज़ कंसिडर्ड यूनिटी। ये हो गई सैल्फ इंडक्टेंस की सैकेंड डेफिनेशन। तो असी की लिखांगे, सैल्फ इंडक्टेंस ऑफ अ कॉइल इज़ न्यूमैरिकली इक्वल टू दी इंड्यूस्ड ई एम एफ। नाले भी लिखना है कि वो इंड्यूस्ड ई एम एफ कादे च प्रोड्यूस हो रही है, कॉइल के अंदर, प्रोड्यूस्ड इन दी कॉइल वैन दी रेट ऑफ चेंज ऑफ करंट इन दी कॉइल इज़ कंसिडर्ड यूनिटी। ये हो गई एक होर डेफिनेशन सैल्फ इंडक्टेंस की। इस तो बाद असी की करांगे, जो साडे कोल ए वाली इक्वेशन है, ई इज़ इक्वल टू एल डी आई बाय डी टी, ई इज़ इक्वल्स टू एल डी आई बाय डी टी। इतों असी एल की वैल्यू निकाल सकते हैं, एल की हो जाएगा ई बाय डी आई बाय डी टी। मतलब सैल्फ इंडक्टेंस की अगर असी वैल्यू फाइंड आउट करनी है तो असी इस फॉर्मूला की हेल्प नाल देख सकते हैं, या डिपेंड्स अपॉन कि तुहानू कोई न्यूमैरिकल अगर पूछा गया है तो उस न्यूमैरिकल के अंदर फाई जो है एल आई, मतलब तुहाडे कोल मैगनैटिक फ्लक्स है, करंट है, तो असी ये वाला फॉर्मूला यूज़ करांगे। अगर न्यूमैरिकल च इंड्यूस्ड ई एम एफ है और चेंज ऑफ करंट दिता है तो ये वाला फॉर्मूला, तो असी एक होर फॉर्मूला कंसिडर कर लिया। हुण इस तो बाद असी एक होर डेफिनेशन करनी है। 3 डेफिनेशनस हो गई साडे कोल, 2 पहले, एक हुण करांगे। ਇਹਦੇ 'ਚ ਅਸੀਂ ਕੀ ਕੰਸੀਡਰ ਕਰਨਾ है, इफ़ E इज़ इक्वल्स टू असी लैके चलते हैं 1 वोल्ट। वोल्ट क्यों लगाया, EMF इज़ अ पोटेंशियल डिफरेंस, द पोटेंशियल डिफरेंस का यूनिट है वोल्ट। और DI बाय DT नू असी कंसीडर कर लिया 1 नाल यूनिट लिखांगे। हुण यूनिट वाइज असी डेफिनेशन लिखनी है, 1 नाल यूनिट की आएगा, करंट का यूनिट है एम्पीयर, ठीक है, और टाइम का यूनिट है सेकेंड, एम्पीयर पर सेकेंड हो जाएगा साडे कोल यूनिट। तां सैल्फ इंडक्टेंस का यूनिट हुंदा साडे कोल, सैल्फ इंडक्टेंस का यूनिट है, यूनिट ऑफ एल या सैल्फ इंडक्टेंस इज़ 1 हैनरी, ठीक है। इनू असी की लिखते हैं, हैनरी, ठीक। हुण असी इत्थे डेफिनेशन कादी लिखनी है, 1 हैनरी। किते भी हैनरी लिखा है तो दैट इज़ अ यूनिट ऑफ सैल्फ इंडक्टेंस। फिर डेफिनेशन पूछी जा सकती है कि डिफाइन 1 हैनरी। तो 1 हैनरी नू असी किस तरह डिफाइन करना है, कदों यूनिट 1 हैनरी होएगा, जदों असी EMF कितनी कंसिडर की, 1 वोल्ट कंसिडर की, और चेंज इन करंट विद टाइम इज़ कंसिडर्ड 1 एम्पीयर पर सेकेंड। उस टाइम ते जो सैल्फ इंडक्टेंस है उसकी वैल्यू की होएगी 1 हैनरी। तो 1 हैनरी नू असी किस तरह डिफाइन करना है, सेल्फ इंडक्टेंस ऑफ अ कॉइल इज सेट टू बी 1 हैनरी व्हेन या इफ अ रेट ऑफ चेंज DI बाय DT का मतलब की है, रेट ऑफ चेंज ऑफ करंट इज़ कंसिडर्ड 1 एम्पीयर पर सेकेंड। और ये कारण EMF कितनी प्रोड्यूस हो रही है, इंड्यूसेस एन, क्योंकि EMF की है इंड्यूस हो रही है, इंड्यूसेस एन EMF ऑफ कितनी 1 वोल्ट इन दी कॉइल, दैट इज़ नोन एज 1 हैनरी, ठीक है। इस तो बाद जो है नैक्सट है साडे कोल म्यूचुअल इंडक्टेंस की डेफिनेशन असी कर चुके हैं, म्यूचुअल इंडक्शन की। हुण इहदा कोफिशिएंट असी देखना है, कोफिशिएंट ऑफ म्यूचुअल इंडक्शन। ਇਹਦੇ 'ਚ ਕੀ है, ऑलमोस्ट सेम जो असी सैल्फ इंडक्शन के कोफिशिएंट 'ਚ कीता। थोड़ा जिहा जो डिफरेंस है वो सिर्फ असी डिनोट करन 'ਚ डिफरेंट लैके चलांगे। स्टार्टिंग 'ਚ उस तरह जिद्दां फाई इज़ इक्वल टू आई डायरैक्टली प्रपोर्शनल टू आई लिखिया, ਇਹਦੇ 'ਚ भी असी पहला लिखांगे फाई जो मैगनैटिक फ्लक्स है दैट इज़ डायरैक्टली प्रपोर्शनल टू करंट।
ਹੁਣ ਸਿਰਫ ਅਸੀਂ ਚੇਂਜ ਕਿੱਥੇ ਕਰਨਾ ਹੈ, ਵਰਡਿੰਗ 'ਚ, ਕਿ ਮੈਗਨੈਟਿਕ ਫਲਕਸ ਲਿੰਕਡ ਵਿਦ ਦੀ ਫਸਟ ਕੋਇਲ, ਜਾਂ ਕਰੰਟ ਅਗਰ ਸਟਾਰਟਿੰਗ ਕਰੰਟ ਹੈ ਤਾਂ ਉਹ ਫਸਟ ਕੋਇਲ 'ਚ ਹੈ, ਇਹਦੇ ਕਾਰਨ ਜੋ EMF ਹੈ ਦੈਟ ਵਿਲ ਬੀ ਜਨਰੇਟਿਡ ਇਨਟੂ ਸੈਕਿੰਡ ਕੋਇਲ ਜਾਂ ਅਨਦਰ ਕੋਇਲ। ਸਿਰਫ ਅਸੀਂ ਜੋ ਆਪਣੀ ਵਰਡਿੰਗ ਹੈ ਉਹਦੇ 'ਚ ਸਿਰਫ 2 ਕੋਇਲਸ ਦੇ ਬਾਰੇ 'ਚ ਅਸੀਂ ਗੱਲ ਕਰਾਂਗੇ। ਜੋ ਸੈਲਫ ਇੰਡਕਸ਼ਨ ਹੈ ਉਹਦੇ 'ਚ ਸਿਰਫ ਇੱਕੋ ਕੋਇਲ ਦੀ ਗੱਲ ਕੀਤੀ, ਠੀਕ ਹੈ। ਬਾਕੀ ਸਾਰੀ ਡੈਰੀਵੇਸ਼ਨ ਉਸੇ ਤਰ੍ਹਾਂ ਕਰਨੀ ਹੈ। ਇੱਥੇ ਜੋ ਪ੍ਰਪੋਰਸ਼ਨੈਲਿਟੀ ਦਾ ਸਿੰਬਲ ਹਟਾਵਾਂਗੇ, ਹੁਣ ਅਸੀਂ ਇੱਥੇ ਕੌਨਸਟੈਂਟ M ਲਿਖਣਾ ਹੈ। ਇਹ ਮਿਊਚੁਅਲ ਇੰਡਕਸ਼ਨ ਹੈ, ਇਹਦੇ ਕੌਨਸਟੈਂਟ ਨੂੰ ਅਸੀਂ ਲਿਖਦੇ ਹਾਂ M। ਸੈਲਫ ਇੰਡਕਸ਼ਨ ਦੇ ਵਿੱਚ ਸੈਲਫ ਇੰਡਕਟੈਂਸ ਨੂੰ ਲਿਖਦੇ ਹਾਂ L ਦੇ ਨਾਲ। ਤਾਂ ਇਹ ਹੋ ਗਈ ਸਾਡੇ ਕੋਲ ਚੇਂਜਸ। L ਦੀ ਬਜਾਏ ਇੱਥੇ ਕੀ ਲਿਖ ਦਾਂਗੇ, M। ਔਰ M ਨੂੰ ਅਸੀਂ ਕੀ ਕਵਾਂਗੇ, ਉੱਥੇ ਅਸੀਂ L ਨੂੰ ਕਹਿੰਦੇ ਸੀ ਕੋਫੀਸ਼ੀਐਂਟ ਆਫ ਸੈਲਫ ਇੰਡਕਸ਼ਨ ਔਰ ਸੈਲਫ ਇੰਡਕਟੈਂਸ। ਇੱਥੇ ਅਸੀਂ M ਨੂੰ ਕੀ ਕਵਾਂਗੇ, ਕੋਫੀਸ਼ੀਐਂਟ ਆਫ ਮਿਊਚੁਅਲ ਇੰਡਕਸ਼ਨ ਜਾਂ ਫਿਰ ਮਿਊਚੁਅਲ ਇੰਡਕਟੈਂਸ, ਠੀਕ ਹੈ। ਇੱਕ ਤਾਂ ਇਹ ਚੇਂਜ ਹੋ ਗਿਆ। ਇਸ ਤੋਂ ਬਾਅਦ ਅਸੀਂ ਬਿਲਕੁਲ ਸੇਮ ਉਸੇ ਤਰ੍ਹਾਂ ਚੱਲਣਾ ਹੈ ਜਿੱਦਾਂ ਅਸੀਂ ਇੱਥੇ I ਨੂੰ 1 ਕੰਸੀਡਰ ਕੀਤਾ, ਫਾਈ L ਦੇ ਬਰਾਬਰ ਹੋ ਗਿਆ। ਇੱਥੇ ਹੁਣ ਅਸੀਂ ਫਿਰ ਉਸੇ ਤਰ੍ਹਾਂ I ਨੂੰ 1 ਕੰਸੀਡਰ ਕਰਾਂਗੇ ਤਾਂ ਫਾਈ ਕਾਹਦੇ ਬਰਾਬਰ ਹੋ ਗਿਆ, M ਦੇ ਬਰਾਬਰ। ਤਾਂ ਡੈਫੀਨੇਸ਼ਨ ਵੀ ਉਸੇ ਤਰ੍ਹਾਂ ਲਿਖਾਂਗੇ ਜਿਵੇਂ ਸੈਲਫ ਇੰਡਕਸ਼ਨ ਲਿਖਿਆ, ਇੱਥੇ ਅਸੀਂ ਲਿਖਿਆ ਸੈਲਫ ਇੰਡਕਟੈਂਸ। ਹੁਣ ਅਸੀਂ ਲਿਖ ਦਾਂਗੇ ਮਿਊਚੁਅਲ ਇੰਡਕਟੈਂਸ ਆਫ ਅ ਕੋਇਲ ਇਜ਼ ਨੂਮੈਰੀਕਲੀ ਇਕੁਅਲ ਟੂ ਮੈਗਨੈਟਿਕ ਫਲਕਸ linked with the coil when unit current flows through the another coil, ਠੀਕ ਹੈ। ਮਤਲਬ ਇੱਥੇ ਕੀ ਚੇਂਜ ਹੋ ਗਿਆ, ਸਾਡੇ ਕੋਲ ਕਰੰਟ ਜਿਹੜਾ ਹੈ ਉਹ ਦੂਸਰੀ ਕੋਇਲ ਦੇ ਵਿੱਚ ਹੋਏਗਾ, ਔਰ ਜੋ ਮੈਗਨੈਟਿਕ ਫਲਕਸ ਲਿੰਕਡ ਹੈ ਉਹ ਜਿਹੜਾ ਹੈ ਦੂਸਰੀ ਕੋਇਲ 'ਚ ਹੋਏਗਾ। ਮਤਲਬ ਅਸੀਂ ਅਲੱਗ-ਅਲੱਗ ਕੋਇਲ ਦੀ ਗੱਲ ਕਰਤੀ, ਇੱਥੇ ਸੇਮ ਕੋਇਲ ਸੀ। ਤਾਂ ਮਿਊਚੁਅਲ ਇੰਡਕਸ਼ਨ ਦੇ ਵਿੱਚ ਕੀ ਕਹਿਣਾ ਹੈ, ਮਿਊਚੁਅਲ ਇੰਡਕਟੈਂਸ ਆਫ ਅ ਕੋਇਲ ਇਜ਼ ਨੂਮੈਰੀਕਲੀ ਇਕੁਅਲ ਟੂ ਮੈਗਨੈਟਿਕ ਫਲਕਸ ਲਿੰਕਡ ਵਿਦ ਦੀ ਕੋਇਲ ਵੈਨ ਯੂਨਿਟ ਕਰੰਟ ਫਲੋਜ਼ ਥਰੂ ਅਨਦਰ ਕੋਇਲ ਕਹਿ ਦਈਏ, ਜਾਂ ਫਿਰ ਅਸੀਂ ਕਹਿ ਦਈਏ ਨੇਬਰਿੰਗ ਕੋਇਲ। ਇਹ ਹੋ ਗਈ ਸਾਡੇ ਕੋਲ ਫਸਟ ਡੈਫੀਨੇਸ਼ਨ। ਉਸ ਤੋਂ ਬਾਅਦ ਸੇਮ ਅਸੀਂ ਇਸੇ ਤਰ੍ਹਾਂ ਚੱਲਣਾ ਹੈ। E ਨੂੰ -d∅dt, ਇੱਥੇ L ਦੀ ਜਗ੍ਹਾ 'ਤੇ ਅਸੀਂ ਲਿਖ ਦੇਣਾ M, ਇੱਥੇ ਵੀ M ਆ ਜਾਏਗਾ, ਠੀਕ ਹੈ। E ਸਾਡੇ ਕੋਲ ਕਾਹਦੇ ਬਰਾਬਰ ਹੋ ਗਿਆ, M/di/dt। ਤਾਂ ਹੁਣ ਅਸੀਂ ਕੀ ਕਰਾਂਗੇ, di/dt ਨੂੰ ਅਗੇਨ 1 ਕਰਤਾ, E ਕਾਹਦੇ ਬਰਾਬਰ ਆ ਜਾਏਗਾ, M ਦੇ ਬਰਾਬਰ ਆ ਜਾਏਗਾ। ਫਿਰ ਅਸੀਂ ਡੈਫੀਨੇਸ਼ਨ 'ਚ ਕੀ ਲਿਖਾਂਗੇ ਕਿ ਮਿਊਚੁਅਲ ਇੰਡਕਟੈਂਸ ਆਫ ਅ ਕੋਇਲ ਇਜ਼ ਨੂਮੈਰੀਕਲੀ ਇਕੁਅਲ ਟੂ induced EMF produced in the coil when rate of change of current in neighboring coil is unity, ठीक है। मतलब induced EMF दूसरी कोयल 'ਚ है और जो rate of change of current है वो ਅਸੀਂ ਕਹਿ ਦਾਂਗੇ फर्स्ट कोयल 'ਚ। ਤਾਂ ਕੀ ਹੋ ਜਾਏਗਾ, ਮਿਊਚੁਅਲ ਇੰਡਕਟੈਂਸ ਆਫ ਅ ਕੋਇਲ ਇਜ਼ ਨੂਮੈਰੀਕਲੀ ਇਕੁਅਲ ਟੂ ਇੰਡਿਊਸਡ EMF produced in the coil when the rate of change of current in the neighboring coil is unity। ਇੱਥੇ ਅਸੀਂ ਕੀ ਲਿਖ ਦੇਣਾ, ਨੇਬਰਿੰਗ ਜਾਂ ਅਨਦਰ ਕੋਇਲ ਇਜ਼ ਯੂਨਿਟੀ। ਬਾਕੀ ਸੇਮ ਅਸੀਂ ਉਸੇ ਤਰ੍ਹਾਂ ਕਰਨਾ ਹੈ। L ਦੀ ਜਗ੍ਹਾ 'ਤੇ ਅਸੀਂ ਕੀ ਲਿਖਦੇ ਜਾਣਾ ਹੈ, M ਲਿਖਦੇ ਜਾਣਾ। ਇਸ ਤੋਂ ਬਾਅਦ ਅਗਲੀ ਡੈਫੀਨੇਸ਼ਨ ਵੀ ਉਸੇ ਤਰ੍ਹਾਂ, ਇਹਦਾ ਯੂਨਿਟ ਵੀ ਅਗੇਨ ਕੀ ਹੋਏਗਾ, ਹੈਨਰੀ ਹੈ। ਇੱਥੇ ਅਸੀਂ M ਕਰਦੇ ਜਾਵਾਂਗੇ, E ਨੂੰ 1 ਕਰ ਦਿੱਤਾ ਤਾਂ ਯੂਨਿਟ ਆਫ M ਇਜ਼ ਆਲਸੋ ਹੈਨਰੀ, ਠੀਕ ਹੈ। ਤਾਂ ਅਸੀਂ ਇਹਦੇ 'ਚ ਵੀ ਕੀ ਕਹਿ ਸਕਦੇ ਹਾਂ, ਯੂਨਿਟ ਆਫ ਜੋ ਹੈ ਅਸੀਂ ਕਹੀਏ ਮਿਊਚੁਅਲ ਇੰਡਕਟੈਂਸ ਇਜ਼ ਅਗੇਨ ਹੈਨਰੀ, ਤਾਂ ਡੈਫੀਨੇਸ਼ਨ ਵੀ ਸੇਮ ਹੀ ਰਹੇਗੀ 1 ਹੈਨਰੀ ਦੀ। ਸੈਲਫ ਇੰਡਕਟੈਂਸ ਦੀ ਜਗ੍ਹਾ 'ਤੇ ਮਿਊਚੁਅਲ ਇੰਡਕਟੈਂਸ ਆਫ ਅ ਕੋਇਲ is said to be 1 Henry if rate of change of current of 1 ampere per second induces an EMF of 1 volt in neighboring coil, ठीक है। चेंज की होना है, ਅਸੀਂ ਇੱਥੇ ਸਿਰਫ ਨਾਲ ਲਿਖਦੇ ਜਾਣਾ ਹੈ ਕਿ ਇੱਥੇ 2 ਜੋ ਹੈ ਕੋਇਲਸ ਦੀ ਗੱਲ ਕਰ ਰਹੇ ਹਾਂ, ਔਰ ਜੋ ਸੈਲਫ ਇੰਡਕਟੈਂਸ ਸੀ ਉਹਦੇ 'ਚ ਅਸੀਂ ਸਿਰਫ ਔਰ ਸਿਰਫ ਇੱਕੋ ਕੋਇਲ ਦੀ ਗੱਲ ਕੀਤੀ ਸੀ।